ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਛੋਟੀਆਂ ਖਬਰਾਂ ਤੇ। 4 ਸੂਬਿਆਂ ਤੋਂ ਇਮੀਗ੍ਰੇਸ਼ਨ ਦੀ ਵੱਡੀ ਖਬਰ, ਉਮੀਦਵਾਰਾਂ ਦੀ ਜਾਗੀ ਕਿਸਮਤ। ਅਮਰੀਕਾ ਤੋਂ ਬਾਅਦ ਮੈਕਸੀਕੋ ਨੇ ਵੀ ਕੀਤੀ ਸਖਤੀ, ਰੀਓ ਗ੍ਰਾਂਡੇ ਦੇ ਵਿੱਚ ਵਧਿਆ ਪਾਣੀ ਦਾ ਪੱਧਰ। ਟੋਰਾਂਟੋ ਵੱਲੋਂ ਐਮਰਜੈਂਸੀ ਦਾ ਐਲਾਨ, ਸਰਕਾਰ ਤੋਂ ਮੰਗੀ ਮਦਦ। ਚਾਕੂ ਦੀ ਨੋਕ ਤੇ ਔਰਤ ਤੋਂ ਲੁੱਟ, ਪੁਲਿਸ ਕਰ ਰਹੀ ਹੈ ਜਾਂਚ। ਦਿਨ ਦਿਹਾੜੇ ਵਿਅਕਤੀ ਤੇ ਹਮਲਾ, ਪੁਲਿਸ ਨੇ ਕੀਤੀ ਜਾਂਚ। 4 ਸੂਬਿਆਂ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ, ਜਿੱਥੇ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਨੇ। ਅਲੱਗ-ਅਲੱਗ ਪ੍ਰੋਵਿੰਸਸ ਵੱਲੋਂ ਪੀਐਨਪੀ ਡਰਾਅ ਕੱਢੇ ਗਏ। ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਦੇ ਅੰਕੜੇ ਜਾਰੀ ਕਰਦਿਆਂ ਦੱਸਿਆ ਗਿਆ ਕਿ ਉਮੀਦਵਾਰਾਂ ਨੂੰ ਕਿੰਨੇ ਇਨਵੀਟੇਸ਼ਨ ਹਾਸਿਲ ਹੋਏ ਨੇ ਤੇ ਉਹਨਾਂ ਨੂੰ ਕਿੰਨੇ ਸੀਆਰਐਸ ਸਕੋਰ ਚਾਹੀਦੇ ਸਨ। 4 ਸੂਬਿਆਂ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਓਨਟਾਰੀਓ, ਕਿਊਬੈਕ, ਬ੍ਰਿਟਿਸ਼ ਕੋਲੰਬੀਆ ਤੇ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਡਰਾਅ ਐਲਾਨ ਕੀਤੇ ਗਏ। ਇਨ੍ਹਾਂ ਪੀਐਨਪੀ ਡਰਾਅ ਦੇ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਝਾਕੀ ਹੈ। ਦੱਸੀਏ ਕਿ ਇਨ੍ਹਾਂ ਡਰਾਅ ਦਾ ਐਲਾਨ 5 ਮਈ ਤੋਂ 12 ਮਈ ਦੇ ਵਿਚਕਾਰ ਕੀਤਾ ਗਿਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਓਨਟਾਰੀਓ ਸੂਬੇ ਦੀ, ਜਿੱਥੇ ਪਿਛਲੇ ਹਫ਼ਤੇ 4 ਡਰਾਅ ਕੱਢੇ ਗਏ ਤੇ ਇਨ੍ਹਾਂ ਡਰਾਅਸ ਵਿੱਚ 5000 ਤੋਂ ਵੱਧ ਇਨਵੀਟੇਸ਼ਨ ਜਾਰੀ ਕੀਤੇ ਗਏ। ਕੁੱਲ 5196 ਉਮੀਦਵਾਰਾਂ ਦੀ ਕਿਸਮਤ ਝਾਕੀ ਹੈ। ਪਹਿਲਾਂ 5 ਮਈ ਨੂੰ ਜਿਹੜਾ ਡਰਾਅ ਕੱਢਿਆ ਗਿਆ, ਉਸ ਤਹਿਤ 1863 ਇਨਵੀਟੇਸ਼ਨ ਜਾਰੀ ਕੀਤੇ ਗਏ ਤੇ ਸੀਆਰਐਸ ਸਕੋਰ 475 ਤੋਂ 482 ਦਰਜ ਕੀਤੇ ਗਏ। ਉਸ ਤੋਂ ਬਾਅਦ 8 ਮਈ ਦੇ ਡਰਾਅ ਦੇ ਵਿੱਚ 2349 ਉਮੀਦਵਾਰਾਂ ਦੀ ਕਿਸਮਤ ਝਾਕੀ ਤੇ ਉਹਨਾਂ ਨੂੰ 427 ਸੀਆਰਐਸ ਸਕੋਰ ਦੀ ਜ਼ਰੂਰਤ ਸੀ। ਇਸ ਤੋਂ ਬਾਅਦ 9 ਮਈ ਨੂੰ ਵੀ ਡਰਾਅ ਕੱਢਿਆ ਗਿਆ, ਜਿਸ ਵਿੱਚ ਪ੍ਰੋਵਿੰਸ ਵੱਲੋਂ 584 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਤੇ 9 ਮਈ ਦੇ ਦੂਸਰੇ ਡਰਾਅ ਦੇ ਵਿੱਚ 400 ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ। ਘੱਟੋ ਘੱਟ 83 ਅੰਕਾਂ ਦੀ ਜ਼ਰੂਰਤ ਰਹੀ। ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿਊਬੈਕ ਸੂਬੇ ਦੀ। ਕਿਊਬੈਕ ਪ੍ਰੋਵਿੰਸ ਵੱਲੋਂ ਕੁੱਲ 802 ਉਮੀਦਵਾਰਾਂ ਨੂੰ ਕਿਊਬੈਕ ਰੈਗੂਲਰ ਸਕਿਲਡ ਪ੍ਰੋਗਰਾਮ ਵਰਕਰ ਦੇ ਅਧੀਨ ਇਨਵੀਟੇਸ਼ਨ ਜਾਰੀ ਕੀਤੇ ਗਏ। ਪਹਿਲਾ ਡਰਾਅ 1 ਮਈ ਨੂੰ ਤੇ ਦੂਸਰਾ 4 ਮਈ ਨੂੰ ਐਲਾਨ ਕੀਤਾ ਗਿਆ। ਸੀਆਰਐਸ ਸਕੋਰ 571 ਦੱਸੇ ਜਾ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ 9 ਮਈ ਨੂੰ ਡਰਾਅ ਕੱਢਿਆ ਗਿਆ, ਜਿੱਥੇ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ ਦੇ ਨਾਲ ਜੁੜੇ ਹੋਏ 150 ਉਮੀਦਵਾਰਾਂ ਦੀ ਕਿਸਮਤ ਝਾਕੀ ਹੈ ਤੇ ਬਾਕੀ 34 ਸੱਦੇ ਚਾਈਲਡਹੁੱਡ ਐਜੂਕੇਟਰਸ, 23 ਹੈਲਥ ਕੇਅਰ ਆਕੂਪੇਸ਼ਨ ਦੇ ਨਾਲ ਜੁੜੇ ਹੋਏ ਅਤੇ 5 ਪ੍ਰਾਇਓਰਿਟੀ ਆਕੂਪੇਸ਼ਨਸ ਨੂੰ ਜਾਰੀ ਕੀਤੇ ਗਏ। ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਵੀ 4 ਮਈ ਨੂੰ ਡਰਾਅ ਕੱਢਿਆ ਗਿਆ, ਜਿਸ ਤਹਿਤ 122 ਉਮੀਦਵਾਰਾਂ ਨੂੰ ਸੱਦੇ ਮਿਲੇ ਨੇ। ਇਹ ਇਨਵੀਟੇਸ਼ਨ ਲੇਬਰ ਅਤੇ ਐਕਸਪ੍ਰੈਸ ਐਂਟਰੀ ਸਟਰੀਮ ਅਧੀਨ ਸਨ। ਦੱਸ ਦਈਏ ਕਿ ਪ੍ਰੋਵਿੰਸਸ ਲਗਾਤਾਰ ਡਰਾਅ ਕੱਢ ਰਹੇ ਨੇ ਤਾਂ ਕਿ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਜਾ ਸਕਣ। ਐਲਬਰਟਾ ਵਿੱਚ ਇਸ ਸਮੇਂ ਜੰਗਲ ਦੀ ਅੱਗ ਦੀ ਜੋ ਸਥਿਤੀ ਹੈ, ਉਸ ਬਾਰੇ ਅਧਿਕਾਰੀਆਂ ਨੇ ਇੱਕ ਵਾਰ ਫਿਰ ਤੋਂ ਅਪਡੇਟ ਜਾਰੀ ਕੀਤੀ। ਦੱਸ ਦਈਏ ਕਿ ਕੁਝ ਥਾਵਾਂ ਦੇ ਉੱਪਰ ਜੰਗਲ ਦੀ ਅੱਗ ਅਜੇ ਵੀ ਬੇਕਾਬੂ ਦੱਸੀ ਜਾ ਰਹੀ ਹੈ। ਫੈਡਰਲ ਸਰਕਾਰ ਵੱਲੋਂ ਵੀ ਫੌਜੀ ਮਦਦ ਭੇਜੀ ਗਈ ਹੈ, ਜੋ ਕਿ ਆਪਣੇ ਕੰਮ ਵਿੱਚ ਜੁਟੇ ਹੋਏ ਨੇ। ਮੌਜੂਦਾ ਸਮੇਂ ਐਲਬਰਟਾ ਵਿੱਚ ਜੰਗਲ ਦੀ ਅੱਗ ਦੀ ਕੀ ਸਥਿਤੀ ਬਣੀ ਹੋਈ ਹੈ, ਇਸ ਬਾਰੇ ਅਧਿਕਾਰੀਆਂ ਨੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ। ਦੱਸ ਦਈਏ ਕਿ ਕਈ ਥਾਵਾਂ ਦੇ ਉੱਪਰ ਜੰਗਲ ਦੀ ਅੱਗ ਅਜੇ ਵੀ ਬੇਕਾਬੂ ਹੈ, ਜਿਸ ਵਾਸਤੇ ਫੌਜ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ। Apologies, we do not have an ASL interpreter today, but they will be back tomorrow. Minister of Public Safety and Emergency Services Mike Ellis will begin today's update, followed by an update from Colin Blair from the Alberta Emergency Management Agency and Jose St. Ange from Alberta Wildfire. We also have officials from Alberta Education, Agriculture and Irrigation, Seniors, Community and Social Services, as well as Service Alberta, available to answer any technical questions regarding the situation. I'll now turn it over to Minister Ellis to begin today's availability. And all the impacted communities are supported during this very difficult time. Although we have seen some lower temperatures and rain in some areas, we again are heading into a very warm period and much drier period. Our wildfire experts and fire crews are ready to respond to any emerging needs that arise over the next few days. But let's all help those efforts by avoiding any activities that might start new fires or make our current situation worse. It is important heading into the weekend that all residents and communities under evacuation alerts should be ready to leave their homes for a minimum of 7 days. Ensure that you have all important medication and documents, as well as food and supplies to support yourself and your family. You should also make sure that your vehicle is fully fueled and ready to go. These fires can move very quickly, and being prepared for rapid changes can make a huge difference. So please allow the Alberta Emergency Alert app and website and your local municipality for evacuation information and available services.
ਦਿਨ ਦਿਹਾੜੇ ਇੱਕ ਵਿਅਕਤੀ ਦੇ ਉੱਪਰ ਹਮਲਾ ਹੋਇਆ ਹੈ। ਵਿਅਕਤੀ ਦੀ ਜਾਂਚ ਚਲੀ ਗਈ ਤੇ ਪੁਲਿਸ ਅਧਿਕਾਰੀ ਇਸ ਸੰਬੰਧ ਵਿੱਚ ਜਾਂਚ ਪੜਤਾਲ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਵਿਅਕਤੀ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਟੋਰਾਂਟੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਚਾਕੂ ਦੇ ਨਾਲ ਹਮਲਾ ਕੀਤਾ ਗਿਆ। ਹਮਲਾ ਹੋਣ ਦੇ ਕਾਰਨ ਇੱਕ ਵਿਅਕਤੀ ਦੀ ਜਾਨ ਚਲੀ ਗਈ ਤੇ ਪੁਲਿਸ ਇਸ ਘਟਨਾ ਦੇ ਸੰਬੰਧ ਵਿੱਚ ਜਾਂਚ ਪੜਤਾਲ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਇਹ ਮਾਮਲਾ 2 ਵਜੇ ਦੇ ਕਰੀਬ ਡੰਡਾ ਸਟਰੀਟ ਦੇ ਨੇੜਿਓਂ ਸਾਹਮਣੇ ਆਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦੇ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ ਉਹ ਜ਼ਖਮੀ ਹੋਇਆ ਤੇ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਇੱਥੇ ਉਸ ਦੀ ਜਾਨ ਨਹੀਂ ਬਚ ਸਕੀ। ਹੁਣ ਮਾਮਲੇ ਦੀ ਜਾਂਚ ਹੋਮਿਸਾਈਡ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ। ਫਿਲਹਾਲ ਜਿਸ ਦੀ ਜਾਨ ਗਈ ਉਸ ਪੀੜਤ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਸਸਪੈਕਟ ਬਾਰੇ ਕੋਈ ਬਹੁਤੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੇ ਸੰਬੰਧ ਵਿੱਚ ਜਾਂਚ ਪੜਤਾਲ ਕਰ ਰਹੇ ਨੇ। ਇਸ ਤੋਂ ਇਲਾਵਾ ਮੌਕੇ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵੀ ਸਾਹਮਣੇ ਆਈਆਂ, ਜਿਸ ਦੇ ਵਿੱਚ ਨਜ਼ਰ ਆ ਰਿਹਾ ਸੀ ਕਿ ਪੁਲਿਸ ਵੱਲੋਂ ਕਿਵੇਂ ਇਸ ਘਟਨਾ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਚਾਕੂ ਲੱਗਣ ਕਾਰਨ ਵਿਅਕਤੀ ਦੀ ਜਾਨ ਚਲੀ ਗਈ ਤੇ ਉਹਨਾਂ ਵੱਲੋਂ ਸਸਪੈਕਟ ਦੀ ਭਾਲ ਕੀਤੀ ਜਾ ਰਹੀ ਹੈ ਤੇ ਵਧੇਰੇ ਮਾਮਲੇ ਦੀ ਤਫਤੀਸ਼ ਵੀ ਜਾਰੀ ਹੈ। ਤਿੰਨ ਸਸਪੈਕਟ ਵੱਲੋਂ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਚਾਕੂ ਦੀ ਨੋਕ ਦੇ ਉੱਪਰ ਔਰਤ ਤੋਂ ਲੁੱਟ ਕੀਤੀ ਗਈ ਤੇ ਨਾਲ ਹੀ ਸੈਕਸ਼ੂਅਲ ਅਸੌਲਟ ਦਾ ਵੀ ਮਾਮਲਾ ਸਾਹਮਣੇ ਆਇਆ। ਪੁਲਿਸ ਅਧਿਕਾਰੀ ਤਿੰਨਾਂ ਸਸਪੈਕਟਸ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਦੀ ਪਹਿਚਾਣ ਤਾਂ ਨਹੀਂ ਦੱਸੀ, ਪਰ ਇਹ ਜ਼ਰੂਰ ਦੱਸਿਆ ਗਿਆ ਕਿ ਉਹ ਕਿਸ ਤਰ੍ਹਾਂ ਨਜ਼ਰ ਆਉਂਦੇ ਨੇ। ਇੱਕ ਔਰਤ ਨੂੰ ਚਾਕੂ ਦੀ ਨੋਕ ਤੇ ਲੁੱਟਿਆ ਗਿਆ ਹੈ, ਜਿਸ ਸੰਬੰਧੀ ਪੁਲਿਸ ਵੱਲੋਂ 3 ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੈਕਸ਼ੂਅਲ ਅਸੌਲਟ ਦਾ ਵੀ ਜੋ ਮਾਮਲਾ ਸਾਹਮਣੇ ਹੈ ਉਸ ਬਾਰੇ ਵੀ ਪੁਲਿਸ ਜਾਂਚ ਕਰ ਰਹੀ ਹੈ। ਜੀ ਹਾਂ, ਟੋਰਾਂਟੋ ਪੁਲਿਸ ਵੱਲੋਂ ਰਿਲੀਜ਼ ਦੇ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇੱਕ ਔਰਤ ਨੂੰ ਚਾਕੂ ਦੀ ਨੋਕ ਦੇ ਉੱਪਰ ਲੁੱਟਿਆ ਗਿਆ। ਇਹ ਘਟਨਾ 11 ਵਜੇ ਦੇ ਕਰੀਬ ਸਾਹਮਣੇ ਆਈ। ਇਸ ਘਟਨਾ ਦੇ ਨਾਲ ਜੁੜੇ ਹੋਏ 3 ਸਸਪੈਕਟ ਦੱਸੇ ਜਾ ਰਹੇ ਹਨ ਤੇ ਨਾਲ ਹੀ ਇਹ ਦੱਸਿਆ ਗਿਆ ਕਿ ਇੱਕ ਸਸਪੈਕਟ ਵੱਲੋਂ ਔਰਤ ਦੇ ਉੱਪਰ ਸੈਕਸ਼ੂਅਲ ਅਸੌਲਟ ਵੀ ਕੀਤਾ ਗਿਆ। ਪਹਿਲਾ ਸਸਪੈਕਟ ਵਾਈਟ ਮੇਲ ਦੱਸਿਆ ਜਾ ਰਿਹਾ, ਜਿਸ ਦੀ ਉਮਰ 25 ਸਾਲ ਦੇ ਕਰੀਬ ਹੈ। ਉਸ ਦਾ ਕੱਦ 5 ਫੁੱਟ 7 ਇੰਚ ਦੱਸਿਆ ਗਿਆ। ਦੂਸਰਾ ਸਸਪੈਕਟ ਬਲੈਕਮੇਲ ਹੈ, ਜਿਸ ਦੀ ਉਮਰ 25 ਸਾਲ ਦੇ ਕਰੀਬ ਦੱਸੀ ਗਈ ਤੇ ਤੀਸਰਾ ਸਸਪੈਕਟ ਵੀ ਵਾਈਟ ਮੇਲ ਦੱਸਿਆ ਜਾ ਰਿਹਾ, ਜਿਸ ਦਾ ਕੱਦ 5 ਫੁੱਟ 7 ਇੰਚ ਦੱਸਿਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੇ ਸੰਬੰਧ ਵਿੱਚ ਵਧੇਰੇ ਜਾਂਚ ਪੜਤਾਲ ਕਰ ਰਹੇ ਨੇ। ਫਿਲਹਾਲ ਉਹਨਾਂ ਵੱਲੋਂ ਪੀੜਤ ਔਰਤ ਦੀ ਪਹਿਚਾਣ ਨਹੀਂ ਦੱਸੀ ਗਈ। ਇਸ ਤੋਂ ਇਲਾਵਾ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ 416808 7474 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਹੋਮਲੈਸ ਸਪੋਰਟ ਵਰਕਰਸ ਦੀ ਗਿਣਤੀ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਵਾਧਾ ਹੋਇਆ। ਸਟੈਟਿਸਟਿਕਸ ਕੈਨੇਡਾ ਨੇ ਇਸ ਬਾਰੇ ਅੰਕੜੇ ਜਾਰੀ ਕੀਤੇ, ਦੱਸਿਆ ਕਿ ਕਿਹੜੇ ਖੇਤਰ ਦੇ ਵਿੱਚ ਉਹਨਾਂ ਦੀ ਗਿਣਤੀ ਵੱਧ ਹੈ ਤੇ ਇੱਕ ਹੋਰ ਉਹਨਾਂ ਵੱਲੋਂ ਅਹਿਮ ਅਪਡੇਟ ਦਿੱਤੀ ਗਈ ਕਿ ਔਰਤਾਂ ਇਸ ਸੈਕਟਰ ਦੇ ਵਿੱਚ ਜ਼ਿਆਦਾ ਹਨ। ਕੈਨੇਡਾ ਤੋਂ ਹੋਮਲੈਸ ਸਪੋਰਟ ਵਰਕਰਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ 5 ਸਾਲਾਂ ਦੇ ਵਿੱਚ ਕੈਨੇਡਾ ਅੰਦਰ 60% ਦਾ ਅੰਕੜਾ ਵਾਧਾ ਹੋਇਆ ਦੇਖਿਆ ਜਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਬਾਰੇ ਅੰਕੜੇ ਜਾਰੀ ਕੀਤੇ ਗਏ, ਜਿੱਥੇ ਉਹਨਾਂ ਨੇ ਦੱਸਿਆ ਕਿ ਇਸ ਖੇਤਰ ਦੇ ਵਿੱਚ 60.7% ਦਾ ਵਾਧਾ ਦਰਜ ਕੀਤਾ ਗਿਆ। ਇਹ ਜਾਣਕਾਰੀ ਉਹਨਾਂ ਵੱਲੋਂ ਸਾਲ 2016 ਤੋਂ ਸਾਲ 2021 ਦੇ ਵਿਚਕਾਰ ਸਾਂਝੀ ਕੀਤੀ ਗਈ ਹੈ, ਜਿੱਥੇ ਦੱਸਿਆ ਗਿਆ ਕਿ ਇਸ ਖੇਤਰ ਦੇ ਵਿੱਚ ਉਸ ਵੇਲੇ 10,130 ਲੋਕ ਕੰਮ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਹੋਮਲੈਸਨੈਸ ਸਪੋਰਟ ਵਰਕਰਸ ਜ਼ਿਆਦਾਤਰ ਅਰਬਨ ਖੇਤਰ ਦੇ ਵਿੱਚ ਰਹਿ ਰਹੇ ਨੇ, ਜਿਨ੍ਹਾਂ ਦਾ ਅੰਕੜਾ 70.8% ਦੱਸਿਆ ਗਿਆ ਤੇ ਓਨਟਾਰੀਓ ਦੇ ਵਿੱਚ 4,000 ਵਰਕਰ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2,270 ਕੰਮ ਕਰ ਰਹੇ ਹਨ। ਟੋਰਾਂਟੋ ਤੋਂ ਇਸ ਬਾਰੇ ਜੋ ਜਾਣਕਾਰੀ ਸਾਹਮਣੇ ਆਈ, ਉੱਥੇ 15.6% ਦਾ ਅੰਕੜਾ, ਵੈਨਕੂਵਰ ਦੇ ਵਿੱਚ 12.3%, ਮੌਂਟਰੀਅਲ ਵਿੱਚ 8.2%, ਐਡਮਿੰਟਨ ਵਿੱਚ 4.4%, ਆਟਵਾ ਦੇ ਵਿੱਚ 4.3%, ਕੈਲਗਰੀ ਦੇ ਵਿੱਚ 3.8% ਦੱਸਿਆ ਗਿਆ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਰੂਰਲ ਖੇਤਰ ਦੇ ਵਿੱਚ 9% ਵਰਕਰਸ ਰਹਿ ਰਹੇ ਹਨ। ਵੱਡੀ ਗਿਣਤੀ ਦੇ ਵਿੱਚ ਔਰਤਾਂ ਇਸ ਖੇਤਰ ਦੇ ਨਾਲ ਜੁੜੀਆਂ ਹੋਈਆਂ ਦੱਸੀਆਂ ਗਈਆਂ। ਸਾਲ 2021 ਦੇ ਸੈਂਸਸ ਡਾਟਾ ਦੇ ਮੁਤਾਬਕ ਇਸ ਖੇਤਰ ਦੇ ਵਿੱਚ 73.8% ਔਰਤਾਂ ਕੰਮ ਕਰਦੀਆਂ ਹਨ। ਟੋਰਾਂਟੋ ਦੇ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਫੈਡਰਲ ਮਦਦ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਹੋਮਲੈਸਨੈਸ ਦੇ ਨਾਲ ਜੁੜੀ ਹੋਈ ਅਪਡੇਟ ਸਾਹਮਣੇ ਆਈ, ਜਿਸ ਬਾਰੇ ਸ਼ਹਿਰ ਵੱਲੋਂ ਆਪਣਾ ਪੱਖ ਰੱਖਿਆ ਗਿਆ ਤੇ ਉਹਨਾਂ ਨੇ ਕਿਹਾ ਹੈ ਕਿ ਸੂਬਾ ਤੇ ਫੈਡਰਲ ਸਰਕਾਰ ਉਹਨਾਂ ਦੀ ਮਦਦ ਕਰੇ। ਟੋਰਾਂਟੋ ਵੱਲੋਂ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਸੂਬੇ ਤੋਂ ਮਦਦ ਵੀ ਮੰਗੀ ਹੈ। ਦੱਸ ਦਈਏ ਕਿ ਇਹ ਐਮਰਜੈਂਸੀ ਹੋਮਲੈਸਨੈਸ ਦੇ ਨਾਲ ਜੁੜੀ ਹੋਈ ਹੈ। ਟੋਰਾਂਟੋ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਮੌਜੂਦਾ ਸਮੇਂ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਅਜਿਹੇ ਦੇ ਵਿੱਚ ਉਹਨਾਂ ਵੱਲੋਂ ਸਰਕਾਰ ਤੋਂ ਮਦਦ ਦੀ ਵੀ ਮੰਗ ਕੀਤੀ ਗਈ ਹੈ। ਅਜਿਹਾ ਹੀ ਹੈਮਿਲਟਨ ਵੱਲੋਂ ਵੀ ਪਹਿਲਾਂ ਦੱਸਿਆ ਗਿਆ ਸੀ।
ਮੌਜੂਦਾ ਸਮੇਂ ਟੋਰਾਂਟੋ ਦਾ ਸ਼ੈਲਟਰ ਸਿਸਟਮ ਕਾਫੀ ਜ਼ਿਆਦਾ ਪ੍ਰੈਸ਼ਰ ਅਧੀਨ ਹੈ। ਸਿਟੀ ਕੌਂਸਲਰ ਇਸ ਬਾਰੇ ਲਗਾਤਾਰ ਗੱਲ ਕਰ ਰਹੇ ਨੇ ਤੇ ਉਹਨਾਂ ਵੱਲੋਂ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਪਿਛਲੀ ਸਰਦੀਆਂ ਦੇ ਵਿੱਚ ਤਾਪਮਾਨ ਕਾਫੀ ਹੇਠਾਂ ਦਰਜ ਕੀਤਾ ਗਿਆ ਤੇ ਹੁਣ ਮੌਸਮ ਨਾਲ ਸੰਬੰਧੀ ਹੋਰ ਵੀ ਕਈ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਸ਼ਹਿਰ ਵੱਲੋਂ ਦੱਸਿਆ ਗਿਆ ਕਿ ਉਹ 1 ਜਨਵਰੀ 2024 ਤੋਂ ਵਾਰਮਿੰਗ ਸੈਂਟਰਸ ਦੀ ਸ਼ੁਰੂਆਤ ਕਰਨਗੇ, ਪਰ ਇਸ ਵਾਸਤੇ ਉਹਨਾਂ ਨੂੰ ਫੰਡਿੰਗ ਦੀ ਜ਼ਰੂਰਤ ਹੈ। ਉਹਨਾਂ ਨੇ ਅਜਿਹੇ ਦੇ ਵਿੱਚ ਫੈਡਰਲ ਅਤੇ ਸੂਬਾ ਸਰਕਾਰ ਤੋਂ ਮਦਦ ਕੀਤੀ ਹੈ ਤੇ ਨਾਲ ਹੀ ਟੋਰਾਂਟੋ ਪਬਲਿਕ ਹੈਲਥ ਵੀ ਇਸ ਬਾਰੇ ਗੱਲ ਕਰਦਾ ਹੋਇਆ ਦਿਖਾਈ ਦਿੱਤਾ। ਅਮਰੀਕਾ ਵੱਲੋਂ ਗ੍ਰੀਨ ਕਾਰਡ ਦਾ ਕੋਟਾ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਬਾਰੇ ਸਦਨ ਦੇ ਵਿੱਚ ਚਰਚਾ ਹੋਈ। ਦੱਸਦੀ ਹੈ ਕਿ ਅਲੱਗ-ਅਲੱਗ ਦੇਸ਼ਾਂ ਦਾ ਜੋ ਗ੍ਰੀਨ ਕਾਰਡ ਨੂੰ ਲੈ ਕੇ ਕੋਟਾ ਤੈਅ ਕੀਤਾ ਗਿਆ, ਉਸ ਨੂੰ ਹੁਣ ਖਤਮ ਕਰਨ ਸੰਬੰਧੀ ਕੁਝ ਕਦਮ ਚੁੱਕੇ ਜਾ ਰਹੇ ਨੇ। ਅਮਰੀਕਾ ਤੋਂ ਗ੍ਰੀਨ ਕਾਰਡ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਗ੍ਰੀਨ ਕਾਰਡ ਕੋਟਾ ਖਤਮ ਕਰਨ ਤੇ ਅਮਰੀਕਾ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਜੀ ਹਾਂ, ਅਮਰੀਕਾ ਦੀ ਡੈਮੋਕ੍ਰੈਟਿਕ ਪਾਰਟੀ ਵੱਲੋਂ ਨਾਗਰਿਕਤਾ ਬਿੱਲ ਪੇਸ਼ ਕੀਤਾ ਗਿਆ। ਇਸ ਵਿੱਚ ਗ੍ਰੀਨ ਕਾਰਡ ਵਾਸਤੇ ਦੇਸ਼ਾਂ ਦਾ ਕੋਟਾ ਖਤਮ ਕਰਨ ਅਤੇ H-1B ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਬਦਲਾਵ ਦੀ ਵਿਵਸਥਾ ਹੈ। ਕਾਂਗਰਸ ਮੈਂਬਰ ਵੱਲੋਂ ਇਸ ਬਿੱਲ ਨੂੰ ਪੇਸ਼ ਕੀਤਾ ਗਿਆ, ਜਿਸ ਨੂੰ ਅਮਰੀਕਨ ਸਿਟੀਜ਼ਨਸ਼ਿਪ ਐਕਟ 2023 ਦਾ ਨਾਮ ਦਿੱਤਾ ਗਿਆ ਹੈ। ਇਸ ਮੁਤਾਬਕ ਸਾਰੇ 1.1 ਕਰੋੜ ਗੈਰ ਡਾਕੂਮੈਂਟ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਦੀ ਰੂਪਰੇਖਾ ਦਿੱਤੀ ਗਈ ਹੈ। ਇਸ ਵਿੱਚ ਹਰ ਦੇਸ਼ ਦੀ ਸਰਹੱਦ ਨੂੰ ਖਤਮ ਕਰਕੇ ਰੁਜ਼ਗਾਰ ਆਧਾਰਿਤ ਇਮੀਗ੍ਰੇਸ਼ਨ ਪ੍ਰੋਸੈਸਿੰਗ ਦੇ ਵਿੱਚ ਤਬਦੀਲੀਆਂ ਦਾ ਪ੍ਰਸਤਾਵ ਰੱਖਿਆ ਗਿਆ। ਇਹ ਬਿੱਲ ਅਮਰੀਕੀ ਯੂਨੀਵਰਸਿਟੀ ਤੋਂ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੀਆਂ ਡਿਗਰੀਆਂ ਵਾਲੇ ਲੋਕਾਂ ਵਾਸਤੇ ਦੇਸ਼ ਦੇ ਵਿੱਚ ਰਹਿਣ ਲਈ ਆਸਾਨ ਬਣ ਜਾਵੇਗਾ। ਇਸ ਦੇ ਨਾਲ ਹੀ ਘੱਟ ਤਨਖਾਹ ਵਾਲੇ ਉਦਯੋਗਾਂ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਗ੍ਰੀਨ ਕਾਰਡ ਸੁਰੱਖਿਅਤ ਕਰਨਾ, H-1B ਵੀਜ਼ਾ ਧਾਰਕਾਂ ਦੇ ਆਸ਼ਰਿਤਾਂ ਨੂੰ ਦੇਸ਼ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਦੇਣਾ ਅਤੇ H-1B ਵੀਜ਼ਾ ਧਾਰਕਾਂ ਦੇ ਬੱਚਿਆਂ ਨੂੰ ਸਿਸਟਮ ਤੋਂ ਬਾਹਰ ਰੱਖਣ ਵਾਸਤੇ ਇਸ ਨੂੰ ਰੋਕਣ ਵਿੱਚ ਮਦਦ ਮਿਲੇਗੀ। ਅਮਰੀਕਾ ਬਾਰਡਰ ਦੇ ਉੱਪਰ ਸਖਤੀ ਹੋਈ, ਜਿਸ ਤੋਂ ਬਾਅਦ ਮੈਕਸੀਕੋ ਵੱਲੋਂ ਵੀ ਹੁਣ ਕੁਝ ਸਖਤ ਕਦਮ ਚੁੱਕੇ ਜਾ ਰਹੇ ਨੇ। ਮੈਕਸੀਕੋ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਕੁਝ ਅਨਡਾਕੂਮੈਂਟਡ ਮਾਈਗ੍ਰੈਂਟਸ ਨੂੰ ਵਾਪਸ ਭੇਜਿਆ, ਜਿਨ੍ਹਾਂ ਦੀ ਗਿਣਤੀ 900 ਤੋਂ ਵੱਧ ਦੱਸੀ ਗਈ ਹੈ ਤੇ ਨਾਲ ਹੀ ਕੁਝ ਅਜਿਹੇ ਸੈਂਟਰਸ ਨੂੰ ਵੀ ਬੰਦ ਕੀਤਾ ਗਿਆ ਜਿੱਥੇ ਮਾਈਗ੍ਰੈਂਟਸ ਨੂੰ ਰੱਖਿਆ ਜਾ ਰਿਹਾ ਸੀ। ਬਾਰਡਰ ਦੇ ਬਾਰੇ ਜੋ ਅਪਡੇਟ ਸਾਹਮਣੇ ਆਈ ਹੈ ਉਹ ਵੀ ਤੁਹਾਨੂੰ ਇਸ ਖਬਰ ਦੇ ਵਿੱਚ ਦੱਸਾਂਗੇ। ਅਮਰੀਕਾ ਮੈਕਸੀਕੋ ਬਾਰਡਰ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਲੋਕ ਅਜੇ ਵੀ ਇੰਤਜ਼ਾਰ ਕਰ ਰਹੇ ਨੇ। ਇੱਕ ਪਾਸੇ ਲੋਕ ਇੰਤਜ਼ਾਰ ਕਰ ਰਹੇ ਨੇ ਤੇ ਦੂਜੇ ਪਾਸੇ ਅਮਰੀਕੀ ਫੌਜ ਤੈਨਾਤ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ਉੱਪਰ ਵੀ ਲਗਾਤਾਰ ਤਸਵੀਰਾਂ ਤੇ ਵੀਡੀਓ ਵਾਇਰਲ ਹੋ ਰਹੀਆਂ ਨੇ। ਬਾਰਡਰ ਦੇ ਨਾਲ ਜੁੜੀ ਹੁਣ ਤੱਕ ਦੀ ਜੋ ਅਪਡੇਟ ਸਾਹਮਣੇ ਆਈ ਹੈ, ਉਸ ਮੁਤਾਬਕ ਪਤਾ ਚੱਲਿਆ ਹੈ ਕਿ ਕੁਝ ਥਾਵਾਂ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਐਲਪਾਸੋ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਉਹਨਾਂ ਵੱਲੋਂ ਜਿਹੜੇ ਲੋਕ ਨੇ ਉਹਨਾਂ ਨੂੰ ਅਗਲੀ ਥਾਂ ਦੇ ਉੱਪਰ ਪਹੁੰਚਾਇਆ ਜਾ ਰਿਹਾ ਹੈ। ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਰੱਖਣ ਵਾਸਤੇ ਕਈ ਸਕੂਲ ਅਤੇ ਹੋਟਲਸ ਦੇ ਵਿੱਚ ਵੀ ਜਗ੍ਹਾ ਬਣਾਈ ਗਈ ਹੈ। ਕਈ ਥਾਵਾਂ ਦੇ ਉੱਪਰ ਇਹਨਾਂ ਸ਼ੈਲਟਰਸ ਬਣਾਏ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ ਤਾਂ ਕਿ ਮਾਈਗ੍ਰੈਂਟਸ ਨੂੰ ਰੱਖਿਆ ਜਾ ਸਕੇ। ਇਸ ਦੇ ਨਾਲ ਹੀ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਮੈਕਸੀਕੋ ਵੱਲੋਂ ਹੁਣ ਬਿਨਾਂ ਡਾਕੂਮੈਂਟ ਵਾਲੇ ਮਾਈਗ੍ਰੈਂਟਸ ਨੂੰ ਯਾਤਰਾ ਦੀ ਇਜਾਜ਼ਤ ਦੇਣ ਤੋਂ ਮਨਾਹੀ ਕਰ ਦਿੱਤੀ ਗਈ ਹੈ। ਟਾਈਟਲ 42 ਖਤਮ ਹੋਣ ਦੇ ਉੱਪਰ ਮੈਕਸੀਕੋ ਦੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਮੈਕਸੀਕੋ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਦੇਸ਼ ਦੇ ਵਿੱਚ 33 ਅਜਿਹੇ ਸੈਂਟਰ ਬੰਦ ਕੀਤੇ ਜਿੱਥੇ ਮਾਈਗ੍ਰੈਂਟਸ ਨੂੰ ਰੱਖਿਆ ਜਾ ਰਿਹਾ ਸੀ ਤੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਅਜਿਹੇ ਹੋਰ ਸੈਂਟਰਸ ਨੂੰ ਵੀ ਉਹਨਾਂ ਵੱਲੋਂ ਜਾਂਚਿਆ ਪਰਖਿਆ ਜਾ ਰਿਹਾ ਹੈ। ਮੈਕਸੀਕੋ ਅਥਾਰਟੀਜ਼ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ 942 ਬਿਨਾਂ ਡਾਕੂਮੈਂਟਸ ਵਾਲੇ ਮਾਈਗ੍ਰੈਂਟਸ ਨੂੰ ਡਿਪੋਰਟ ਕੀਤਾ ਗਿਆ। ਇਹਨਾਂ ਵਿੱਚ 96% ਵੈਨੇਜ਼ੁਏਲਾ, 17 ਕਿਊਬੈਕ, 15 ਗੁਆਟੀਮਾਲਾ ਤੇ ਇੱਕ ਹੇਤੀ ਦੇ ਨਾਲ ਜੁੜਿਆ ਹੋਇਆ ਦੱਸਿਆ ਗਿਆ ਹੈ। ਟਾਈਟਲ 42 ਖਤਮ ਹੋਣ ਤੋਂ ਬਾਅਦ 26,000 ਤੋਂ ਵੱਧ ਬਿਨਾਂ ਡਾਕੂਮੈਂਟ ਵਾਲੇ ਮਾਈਗ੍ਰੈਂਟਸ ਮੈਕਸੀਕੋ ਵਿੱਚ ਵੀ ਰਹਿ ਗਏ। ਮੈਕਸੀਕਨ ਫੋਰਨ ਮਿਨਿਸਟਰ ਦਾ ਇਸ ਨੂੰ ਲੈ ਕੇ ਇੱਕ ਵੱਡਾ ਬਿਆਨ ਸਾਹਮਣੇ ਆਇਆ, ਜਿੱਥੇ ਉਹਨਾਂ ਨੇ ਦੱਸਿਆ ਕਿ ਪਹਿਲਾਂ ਦੇ ਮੁਕਾਬਲੇ ਮੈਕਸੀਕੋ ਵਿੱਚ ਦਾਖਲ ਹੋਣ ਵਾਲੇ ਮਾਈਗ੍ਰੈਂਟਸ ਦਾ ਆંકੜਾ ਕਾਫੀ ਹੇਠਾਂ ਆ ਗਿਆ ਹੈ। ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਰੀਓ ਗ੍ਰਾਂਡੇ ਦੇ ਵਿੱਚ ਹੁਣ ਪਾਣੀ ਦਾ ਪੱਧਰ ਵੱਧ ਚੁੱਕਿਆ। ਅਜਿਹੇ ਦੇ ਵਿੱਚ ਨਦੀ ਪਾਰ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਜਾਰੀ ਕੀਤੀ ਗਈ ਹੈ। ਨਿਊਯਾਰਕ ਦੇ ਵਿੱਚ ਮਾਈਗ੍ਰੈਂਟਸ ਵਾਸਤੇ ਕੈਥੋਲਿਕ ਚੈਰਿਟੀਜ਼ ਅੱਗੇ ਆਈਆਂ ਨੇ, ਜਿਨ੍ਹਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ। ਫਲੋਰੀਡਾ ਦੇ ਵਿੱਚ ਇੱਕ ਮਾਈਗ੍ਰੈਂਟ ਦੀ ਜਾਨ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ, ਜਿਸ ਦੀ ਉਮਰ 17 ਸਾਲ ਦੇ ਕਰੀਬ ਦੱਸੀ ਗਈ। ਅਜਿਹੇ ਦੇ ਵਿੱਚ ਬਾਰਡਰ ਤੋਂ ਲਗਾਤਾਰ ਅਪਡੇਟ ਸਾਹਮਣੇ ਆ ਰਹੀ ਹੈ ਕਿ ਉੱਥੇ ਮੌਜੂਦਾ ਕੀ ਹਾਲਾਤ ਬਣੇ ਹੋਏ ਹਨ।
ਅਮਰੀਕਾ ਬਾਰਡਰ ਦੇ ਨੇੜੇ ਤੂਫਾਨ ਆਇਆ ਜਿੱਥੇ ਇੱਕ ਵਿਅਕਤੀ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਵਿਅਕਤੀ ਦੀ ਜਾਨ ਤੂਫਾਨ ਦੇ ਕਾਰਨ ਗਈ ਹੈ। ਮੌਸਮ ਦੇ ਜਿਹੜੇ ਹਾਲਾਤ ਨੇ, ਮੌਸਮ ਵਿਭਾਗ ਇਸ ਦਾ ਲਗਾਤਾਰ ਜ਼ਿਕਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਅਮਰੀਕਾ ਮੈਕਸੀਕੋ ਬਾਰਡਰ ਦੇ ਨੇੜੇ ਤੂਫਾਨ ਦਾ ਅਸਰ ਦੇਖਣ ਨੂੰ ਮਿਲਿਆ ਜਿੱਥੇ ਇੱਕ ਦੀ ਜਾਨ ਚਲੀ ਗਈ। ਅਧਿਕਾਰੀਆਂ ਵੱਲੋਂ ਇਸ ਮੌਕੇ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਸ਼ਨੀਵਾਰ ਸਵੇਰ ਨੂੰ ਯੂਐਸ ਮੈਕਸੀਕੋ ਬਾਰਡਰ ਦੇ ਨੇੜੇ ਸਾਊਥ ਟੈਕਸਸ ਦੇ ਵਿੱਚ ਤੂਫਾਨ ਆਇਆ ਜਿੱਥੇ ਇੱਕ ਵਿਅਕਤੀ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਥੇ ਮੌਸਮ ਦੇ ਕਾਰਨ ਇੱਕ ਵਿਅਕਤੀ ਦੀ ਜਾਨ ਗਈ ਹੈ। ਇਹ ਮਾਮਲਾ 4 ਵਜੇ ਦੇ ਕਰੀਬ ਸਵੇਰੇ ਸਾਹਮਣੇ ਆਇਆ। ਮੌਸਮ ਦੇ ਬਾਰੇ ਨੈਸ਼ਨਲ ਵੈਦਰ ਸਰਵਿਸ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਜਦੋਂ ਇਸ ਬਾਰੇ ਪੁਲਿਸ ਅਧਿਕਾਰੀਆਂ ਨੂੰ ਵਧੇਰੇ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਵੱਲੋਂ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਗਈ। ਉਨ੍ਹਾਂ ਵੱਲੋਂ ਇਹ ਜ਼ਰੂਰ ਕਿਹਾ ਗਿਆ ਹੈ ਕਿ ਮੌਸਮ ਦੇ ਸੰਬੰਧ ਵਿੱਚ ਅਜੇ ਹੋਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਪਰ ਜਿਸ ਵਿਅਕਤੀ ਦੀ ਜਾਨ ਗਈ ਉਸ ਦੇ ਪਿੱਛੇ ਟੋਰਨੇਡੋ ਨੂੰ ਹੀ ਕਾਰਨ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਟਾਈਟਲ 42 11 ਮਈ ਨੂੰ ਖਤਮ ਹੋ ਚੁੱਕਿਆ ਹੈ, ਜਿਸ ਤੋਂ ਪਹਿਲਾਂ ਹੀ ਬਾਈਡਨ ਪ੍ਰਸ਼ਾਸਨ ਵੱਲੋਂ ਸਖਤੀ ਦਾ ਐਲਾਨ ਕਰ ਦਿੱਤਾ ਗਿਆ। ਬਾਰਡਰ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਲੋਕ ਅਜੇ ਵੀ ਦਾਖਲ ਹੋਣ ਦਾ ਇੰਤਜ਼ਾਰ ਕਰ ਰਹੇ ਨੇ ਤੇ ਅਜਿਹੇ ਦੇ ਵਿੱਚ ਅਹਿਮ ਖਬਰ ਸਾਹਮਣੇ ਆਈ ਜਿੱਥੇ ਦੱਸਿਆ ਗਿਆ ਕਿ ਯੂਐਸ ਮੈਕਸੀਕੋ ਬਾਰਡਰ ਦੇ ਨੇੜੇ ਟੋਰਨੇਡੋ ਦਾ ਅਸਰ ਦੇਖਣ ਨੂੰ ਮਿਲ ਰਿਹਾ ਤੇ ਇੱਕ ਦੀ ਜਾਨ ਚਲੀ ਗਈ। ਫਿਲਹਾਲ ਇਸ ਟੋਰਨੇਡੋ ਦੇ ਕਾਰਨ ਕਿੰਨਾ ਨੁਕਸਾਨ ਹੋਇਆ ਹੈ ਇਸ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਸਾਹਮਣੇ ਨਹੀਂ ਆਈ। ਸਦਨ ਬਾਰਡਰ ਦਾ ਮੁੱਦਾ ਉੱਠਿਆ ਜਿੱਥੇ ਸਦਨ ਦੇ ਵਿੱਚ ਵੀ ਇਸ ਬਾਰੇ ਗੱਲ ਹੋਈ ਹੈ। ਬਾਈਡਨ ਪ੍ਰਸ਼ਾਸਨ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ। ਸਦਰਨ ਬਾਰਡਰ ਦਾ ਮੁੱਦਾ ਚੁੱਕਿਆ ਗਿਆ ਜਿੱਥੇ ਦੱਸਿਆ ਗਿਆ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਹ ਚੰਗੇ ਨਹੀਂ। ਇਸ ਬਾਰੇ ਟੈਰੇਸਾ ਵੱਲੋਂ ਗੱਲ ਕੀਤੀ ਗਈ ਹੈ। ਉਹਨਾਂ ਵੱਲੋਂ ਇਸ ਮੌਕੇ ਦੇ ਉੱਪਰ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ। I've seen the sadness and faint hope the faces of the children seeking asylum. Imagine the desperation a mother must feel sending her child across a treacherous path to seek asylum in the United States. It reminds me of another refugee, a mother who knew that if she did not send her child away, he would surely be killed. She placed her baby in a raft and sent him across the river. It was the Nile River. The baby was Moses. The bill we are taking up today would take away important asylum paths for children. I call upon my colleagues to remember the story of Moses, to remember the humanity that must be a guiding principle to the United States asylum laws. Our immigration system is surely broken. H.R. 2, though, does not fix it. Republicans instead are creating more chaos. Republicans are creating more chaos at the border. Chaos, not humanity, appears to be their guiding principle. This bill destroys the asylum seekers, wrecks our agricultural economy, and fails to address the flow of fentanyl into our communities. H.R. 2 even punishes those heroic nonprofits who serve to seek the vulnerable asylum seekers. At Rules early this morning, I presented amendments for members of the Congressional Hispanic Caucus that would increase security, keep fentanyl and other deadly drugs off our streets, and protect military families. Republicans voted against funding our fight against fentanyl. They refused any amendments to be heard on the floor today that we would have discussed last night. ਰਾਸ਼ਟਰਪਤੀ ਬਾਈਡਨ ਇੱਕ ਯੂਨੀਵਰਸਿਟੀ ਵਿੱਚ ਪਹੁੰਚੇ ਜਿੱਥੇ ਉਹਨਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ। ਜੋ ਉਹਨਾਂ ਨੇ ਕੁਝ ਵੀ ਕਿਹਾ ਉਹਨਾਂ ਨੇ ਸੋਸ਼ਲ ਮੀਡੀਆ ਉੱਪਰ ਵੀ ਸਾਂਝਾ ਕੀਤਾ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਦੌਰਾਨ ਰਾਸ਼ਟਰਪਤੀ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ। My friend, and he is my friend, Congressman Jim Clyburn. The thing that I admire most about you, Jim, is your absolute integrity in everything you do. In everything you do. This is a man of honor. I attended South Carolina State University's commencement as Jim received his degree he earned 60 years ago, but never got a chance to receive it in person. Jim, it's an honor to join you here today and receive an honorary degree from this great university. And it's truly special to join fellow honorees, Prime Minister Rowley. Prime Minister, I didn't know you were so talented. I just thought you were a foreign policy, Latin American guy. We got to talk.
All kidding aside, thank you for being a strong partner in the Caribbean and for addressing climate change and supporting democracies across the Western Hemisphere. I'm also honored that, as a person here today, Dr. Tony Allen. He's president of my home state, BCU, Delaware State University, where I got politically started. I was fortunate to have Tony as a Senate staffer for a long time. Then he got his PhD, had a distinguished career in business, and became president of HBCU. Now Tony chairs my White House Board of Advisors on HBCUs, which is designed to support and advance HBCU excellence with a lot more money. I'm also proud to say that we're the first White House to formally convene where the real power is, the Divine Nine. Oh, y'all think I'm kidding. Not a joke. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਆ ਚੋਣਵੀਆਂ ਖਬਰਾਂ ਤੇ। 4 ਸੂਬਿਆਂ ਤੋਂ ਇਮੀਗ੍ਰੇਸ਼ਨ ਦੀ ਵੱਡੀ ਖਬਰ, ਉਮੀਦਵਾਰਾਂ ਦੀ ਜਾਗੀ ਕਿਸਮਤ। ਅਮਰੀਕਾ ਤੋਂ ਬਾਅਦ ਮੈਕਸੀਕੋ ਨੇ ਵੀ ਕੀਤੀ ਸਖਤੀ, ਰੀਓ ਗ੍ਰਾਂਡੇ ਦੇ ਵਿੱਚ ਵਧਿਆ ਪਾਣੀ ਦਾ ਪੱਧਰ। ਟੋਰਾਂਟੋ ਵੱਲੋਂ ਐਮਰਜੈਂਸੀ ਦਾ ਐਲਾਨ, ਸਰਕਾਰ ਤੋਂ ਮੰਗੀ ਮਦਦ। ਚਾਕੂ ਦੀ ਨੋਕ ਤੇ ਔਰਤ ਤੋਂ ਲੁੱਟ, ਪੁਲਿਸ ਕਰ ਰਹੀ ਹੈ ਜਾਂਚ। ਦਿਨ ਦਿਹਾੜੇ ਵਿਅਕਤੀ ਤੇ ਹਮਲਾ, ਪੁਲਿਸ ਨੇ ਕੀਤੀ ਜਾਂਚ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।